नमस्कार, सत श्री अकाल, बहुत बहुत आदाब। जय श्री राम, जय श्री कृष्णा, जय माता शेरा वाली। मैं हूं प्रकाश एस्ट्रोलॉजर। पेश करूंगा आपके सामने ज्योतिष शास्त्र। आपसे बात करते हैं, मुखातिब होते हैं, गुफ्तगू करते हैं। प्रोग्राम में भाग लेना चाहते हैं, बताना होगा आपको नाम, जन्म तारीख, डेट ऑफ बर्थ, प्लेस ऑफ बर्थ, टाइम ऑफ बर्थ क्या है। हाँ जी, नमस्कार जी। नमस्कार जी प्रकाश जी। हाँ जी, मेरा नाम निंदर है जी। थोड़ा नाम की है? निंदर। नरेंद्र। हाँ जी। डेट ऑफ बर्थ 28/10/1957। 28th ऑफ अगस्त। No, October 10। 28th ऑफ अक्टूबर हाँ जी। 57। हाँ जी। टाइम ऑफ बर्थ की है जी 3:15 शाम का। और प्लेस ऑफ बर्थ? ये आदमपुर है जी, जलंधर के जिले ਦੇ ਵਿੱਚ। हाँ जी, ठीक है। हाँ जी, बोलो। मैं पूछना चाहती ਹਾਂ ਜੀ, मैं एक घर बेचना चाहती ਹਾਂ, बेचदा नहीं हैगा। 4-5 ਮਹੀਨੇ ਹੋ ਗਏ ਲਾਏ ਹੋਏ ਨੇ ਮਾਰਕੀਟ ਤੇ। ਬਈ ਕੀ ਗੱਲ ਹੈ? ਤੁਹਾਨੂੰ ਕੋਈ ਆਫਰ ਵੀ ਨਹੀਂ ਆਈ ਇਹਦੀ? ऑफर ਤੇ ਆਈ ਆ, ऑफर ਤੇ 1-2 ਆਈਆਂ, ਪਰ ਗਾਹਾਂ ਕੋਈ ਗੱਲ ਨਹੀਂ ਬਣਦੀ। ਜਦ 4-5 ਹਫ਼ਤੇ ਜਾਂਦੇ ਹੋ ਫਿਰ ਅਗਲਾ ਜਵਾਬ ਦੇ ਦਿੰਦਾ। ਉਹਨੇ ਤਾਂ ਹੈਗਾ ਕੋਈ ਆਫਰ ਤੁਹਾਨੂੰ 6 ਨਵੰਬਰ ਦੇ ਬਾਅਦ ਵੀ ਆਈ ਹੈ ਕੋਈ? 6 ਨਵੰਬਰ ਤੇ ਹਾਂਜੀ ਆਈ ਹੋਈ ਆ ਹੁਣ ਵੀ ਆਫਰ। ਜਾਣੀ ਹਜੇ ਅਗਲਿਆਂ ਨੇ ਆਪਣਾ ਘਰ ਵੇਚਣਾ ਫੇਰ ਜਾਣੀ ਕਿ ਲੈਣਾ, ਪਰ ਆਫਰ ਆਈ ਹੋਈ ਆ। ਹਾਂਜੀ। ਉਹ ਜਿਹੜੀ 6 ਨਵੰਬਰ ਦੇ ਬਾਅਦ ਦੀ ਆਫਰ ਹੈ, ਜਾਣ ਨਾ ਦੇਈਓ। ਅੱਛਾ ਜੀ। ਜੇ ਤੁਸੀਂ ਇਦਾਂ ਹੈਗਾ, ਜੇ ਤੁਹਾਡਾ ਸੱਚੀ ਘਰ ਵੇਚਣ ਦੇ ਮੂਡ 'ਚ ਤੁਸੀਂ ਹੈਗੇ ਹੋ, ਹਾਂਜੀ ਬਹੁਤ ਜੀ। ਹਾਂ, ਜਿਹੜਾ 6 ਨਵੰਬਰ ਦੇ ਬਾਅਦ ਜਿਹੜਾ ਆਫਰ ਆਈ ਹੈ ਨਾ, ਇਹਨੂੰ ਜਾਣ ਨਾ ਦੇਈਓ। ਅੱਛਾ ਜੀ। ਇਹਦੇ ਤੇ ਧਿਆਨ ਦੇਈਓ ਬਹੁਤ ਜ਼ਿਆਦਾ। ਅੱਛਾ ਜੀ। ਇੱਥੇ ਤੇ ਮੈਂ ਘਰ ਲੈਣਾ ਵੀ ਚਾਹੁੰਦੀ, ਨਾਲ ਇਹ ਵੇਚ ਕੇ ਨਾਲ ਲੈਣਾ ਵੀ ਚਾਹੁੰਦੀ ਆ, ਉਹ ਵੀ ਮਿਲ ਜਾਊਗਾ ਨਾਲ ਲੱਗਦਾ ਜੀ। ਤੁਹਾਡੇ ਕੰਮ ਹੋਣੇ ਆ, ਇਹ ਦੋ ਰਾਏ ਨਹੀਂ ਹੈ, ਲੇਕਿਨ ਕੰਮ ਹੋਣਗੇ। ਕੰਮ ਤੁਹਾਡੇ ਹੋਣਗੇ ਦਸੰਬਰ ਜਨਵਰੀ ਤੋਂ ਬਾਅਦ, ਪਹਿਲਾਂ ਨਹੀਂ। ਅੱਛਾ ਜੀ, ਪਹਿਲਾਂ ਨਹੀਂ। ਦਸੰਬਰ ਜਨਵਰੀ, ਦਸੰਬਰ ਹੁਣ ਅਗਲਾ ਮਹੀਨਾ ਦਸੰਬਰ ਦਾ ਹੀ ਹੈ। ਹਾਂਜੀ। ਹੁਣ 30 ਨਵੰਬਰ ਤੋਂ ਬਾਅਦ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣੇ ਆ। ਹੁਣ ਆਪਾਂ ਉਹ ਚ ਪਾ ਲਈਏ 3 ਮਹੀਨੇ, 3 ਮਹੀਨੇ ਚ ਕਿਸੇ ਪਾਸੇ ਲੱਗ ਜਾਓਗੇ। ਬਈ ਦੋਨੇ ਇਹ ਵਿਕ ਜਾਊਗਾ ਤੇ ਨਾਲ ਲੱਗਦਾ ਗਾਹਾਂ ਦਾ ਮਿਲ ਜਾਊਗਾ। ਤੁਹਾਨੂੰ ਪ੍ਰਾਪਰਟੀ ਮਿਲ ਜਾਏਗੀ, ਪ੍ਰਾਪਰਟੀ ਮਿਲਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ ਜੀ। ਲੇਕਿਨ ਇਹ ਕਿ 30 ਜਿੱਦਾਂ ਮਤਲਬ 30 ਨਵੰਬਰ ਤੋਂ ਬਾਅਦ ਆਪਾਂ 3 ਮਹੀਨੇ ਪਾਈਏ। ਅੱਛਾ ਜੀ। ਉਹਦਾ ਇਹ ਅੜਚਣਾ ਜੀ ਕਾਹਤੇ ਆਉਂਦੀਆਂ ਰਹਿੰਦੀਆਂ ਕੰਮ ਦੇ ਵਿੱਚ, ਜਾਣੀ ਕਿ ਇਸ ਟਾਈਮ ਜਿਹੜੇ ਗ੍ਰਹਿ ਚਾਲ ਹੈ ਉਹ ਸਪੋਰਟ ਤੇ ਹੈ ਨਹੀਂ ਕੋਈ ਆਪਣੀ। ਉਹਦੀ ਕੋਈ ਸਪੋਰਟ ਹੈ ਨਹੀਂ ਆਪਾਂ ਨੂੰ ਇਸ ਟਾਈਮ। ਅੱਛਾ ਜੀ। ਕਾਹਦੇ ਇੰਨਾ ਗ੍ਰਹਿ ਹੈ, ਜਾਣੀ ਕਿ ਟਾਈਮ ਚੱਲ ਰਿਹਾ ਉਹਦਾ। ਟਾਈਮ ਗ੍ਰਹਿ ਚਾਲ ਇਦਾਂ ਦੀ ਹੈ, ਕਿਸੇ ਦਿਨ ਇੱਥੇ ਧੁੱਪ ਨਿਕਲੀ ਹੁੰਦੀ ਹੈ, ਕਿਸੇ ਦਿਨ ਬਾਰਿਸ਼ਾਂ ਪਈਆਂ ਹੁੰਦੀਆਂ, ਸਰਦੀ ਵੱਧ ਜਾਂਦੀ ਹੈ, ਸਰਦੀ ਘਟ ਜਾਂਦੀ ਹੈ। ਕਾਲ ਚੱਕਰ ਵੀ ਇਦਾਂ ਹੀ ਹੈ। ਕਾਲ ਚੱਕਰ ਤੇ ਆਪਾਂ ਵੀ ਸਾਰੇ ਅੰਗ ਹੈ, ਸਾਰੇ ਆਪਾਂ ਉਹਦੇ ਵਿੱਚ ਅੰਸ਼ ਬਣੇ ਹੋਏ ਹੈ ਸਾਰਿਆਂ ਦੇ। ਬੈਟਰ ਕਿੱਦਾਂ ਕਰ ਸਕਦੇ ਇਸ ਨੂੰ? ਹੁਣ ਮੈਂ ਕੁਝ ਉਪਾਅ ਵੀ ਦਵਾਂਗਾ, ਲੇਕਿਨ ਜਿਹੜਾ ਤੁਹਾਡਾ ਟਾਈਮ ਚੱਲ ਰਿਹਾ ਹੈ, ਹੁਣ ਜਿੱਦਾਂ ਹੁਣ ਸਰਦੀ ਹੈ, ਸਰਦੀ 'ਚ ਆਪਾਂ ਕੱਪੜੇ ਪਾ ਸਕਦੇ ਹਾਂ ਗਰਮ, ਸੈਂਟੀਲੇਟਿੰਗ ਲਗਾ ਸਕਦੇ ਹਾਂ, ਅੰਦਰ ਘਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸੇਵ ਕਰ ਸਕਦੇ ਹਾਂ। ਲੇਕਿਨ ਸਰਦੀ ਤਾਂ ਸਰਦੀ ਰਹਿਣੀ ਹੈ। ਉਹ ਨੇਚਰ ਹੈ। ਉਹ ਨੇਚਰ ਦੇ ਵਿੱਚ ਆਪਾਂ ਆਪਣੇ ਜੁਗਾੜਬੰਦੀ ਕਰਕੇ ਉਹ ਟਾਈਮ 'ਚ ਨਿਕਲ ਜਾਵਾਂਗੇ। ਹੁਣ ਇੱਦਾਂ ਹੀ ਇਹ ਹੈਗਾ, ਇਹ ਟਾਈਮ ਦੇ ਵਿੱਚ ਤੁਹਾਡਾ ਘਰ ਤਾਂ ਵਿਕ ਜਾਏਗਾ, ਲੇਕਿਨ ਉਹਨੇ ਕਿ ਜਿਹੜੇ ਆਉਣ ਵਾਲੇ 90 ਡੇਜ਼ ਹੈਗੇ ਆ ਜਾਂ 120 ਡੇਜ਼ ਹੈ, ਇਹ ਪ੍ਰੋਡਕਟਿਵ ਹੈ। ਠੀਕ ਹੈ ਜੀ। ਹਾਂ, ਹੁਣ ਇੱਦਾਂ ਹੈਗਾ, ਜੇ ਹੁਣ ਮੋਟੇ ਤੌਰ ਤੇ ਦੇਖੀਏ ਕਿ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਇਸ ਤੋਂ ਬਾਅਦ ਦੇ ਹਾਲਾਤ, ਜਨਵਰੀ ਤੋਂ ਬਾਅਦ ਦੇ ਹਾਲਾਤ ਪਰਿਵਰਤਨਸ਼ੀਲ ਹੈ।
ਤੇ ਚੰਗਾ ਉਹ ਟਾਈਮ ਠੀਕ ਹੈ, ਹਾਂ ਉਹ ਟਾਈਮ ਠੀਕ ਹੈ। ਫਿਰ ਅੱਛਾ ਜੀ। ਉਹਦੇ ਚ ਆਪਣੇ ਹਾਲਾਤ ਫਿਰ ਜਿੱਦਾਂ ਜਿੱਦਾਂ ਆਪਣਾ ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਕੱਟ ਕੇ ਆਪਾਂ ਕਹੀਏ ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਇਹ ਠੀਕ ਹੈ ਟਾਈਮ। ਰਾਈਟ। ਹੁਣ ਉਹਦੇ ਚਾਹੇ ਜਾਂ ਤਾਂ ਆਪਾਂ 24 ਘੰਟੇ ਕਲਪੀ ਜਾਈਏ ਤੇ ਆਪਾਂ ਕਹੀਏ ਹਾਏ ਇਹ ਨਹੀਂ ਹੋਇਆ, ਹਾਏ ਉਹ ਨਹੀਂ ਹੋਇਆ, ਜਾਂ ਆਪਾਂ ਕਹੀਏ ਕੁਝ ਕਰ ਲਈਏ ਇਹਦੇ ਲਈ। ਹੁਣ ਇੱਦਾਂ ਹੈ, ਹੁਣ ਆ ਜਿਹੜਾ ਹੁਣ ਜਿਹੜੇ ਟਾਈਮ ਚੱਲ ਰਹੇ ਹੈ, ਖਾਸ ਤੌਰ ਤੇ ਹੁਣ ਤੋਂ ਜਿਹੜਾ ਟਾਈਮ ਚੱਲਿਆ 6 ਨਵੰਬਰ ਤੋਂ ਬਾਅਦ, ਇਹ ਪ੍ਰੋਡਕਟਿਵ ਟਾਈਮ ਹੈ। ਅੱਛਾ ਜੀ। ਇਹਦੀ ਪੂਰੀ ਐਡਵਾਂਟੇਜ ਲਈਓ, ਇਹਦੇ ਵਿੱਚ ਆਪਣੇ ਆਪ ਨੂੰ ਸੰਭਾਲਿਓ। ਇਹਦੇ ਵਿੱਚ ਤੁਹਾਨੂੰ ਪ੍ਰਾਪਰਟੀ ਮਿਲ ਜਾਏਗੀ, ਇਹਦੇ ਵਿੱਚ ਪ੍ਰਾਪਰਟੀ ਦੀ ਸੇਲ ਹੋ ਸਕਦੀ ਹੈ, ਇਹਦੇ ਵਿੱਚ ਆਪਾਂ ਅੱਗੇ ਵੱਧ ਸਕਦੇ, ਇਹਦੇ ਵਿੱਚ ਅਗਲੀ ਤਰੱਕੀ ਹੋ ਸਕਦੀ ਹੈ, ਇਹਦੇ ਵਿੱਚ ਆਪਾਂ ਜੋ ਚਾਹੁੰਦੇ ਹੋਏ ਆਪ ਜਿਹੜੀ ਮਨ ਤੋਂ ਉਮੀਦ ਲਗਾਈ ਹੈ ਉਹ ਪੂਰੀ ਹੋ ਜਾਏਗੀ। ਠੀਕ ਹੈ ਜੀ, ਠੀਕ ਹੈ। ਇਹਦੇ 'ਚ ਥੋੜਾ ਜਿਹਾ ਹੁਣ ਮੈਂ ਤੁਹਾਨੂੰ ਕੁਝ ਉਪਾਅ ਦੇ ਦਾਂਗਾ, ਉਹਦੇ ਨਾਲ ਸਪੋਰਟ ਸਿਸਟਮ ਥੋੜਾ ਬਣ ਜਾਏਗਾ, ਉਹ ਕਰ ਲਓ। ਹਾਂ ਉਹ ਤੁਸੀਂ ਕਰ ਲਓ ਤੇ ਦੈਟਸ ਇਟ। ਹਾਂਜੀ। ਜਿਹੜਾ ਤੁਸੀਂ ਘਰ ਵੇਚਣਾ ਚਾਹੁੰਦੇ ਹੋ, ਤੁਸੀਂ ਉਹਦੇ ਵਿੱਚ ਹੀ ਰਹਿ ਰਹੇ ਹੋ ਜਾਂ ਅਲੱਗ ਹੈ? ਨਹੀਂ, ਉਹਦੇ ਵਿੱਚ ਹੀ ਰਹਿ ਰਹੀ ਹਾਂ। ਹਾਂਜੀ। ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਤੁਸੀਂ ਆਪਣੇ ਘਰ ਦੀ ਸਫਾਈ ਬਹੁਤ ਜ਼ਿਆਦਾ ਰੱਖੋ ਔਰ ਆਪਣੇ ਘਰ ਦੀ ਜਿਹੜੀ ਡੋਰ ਸਟੈਪ ਹੈ ਜਿਹਦੇ ਵਿੱਚ ਲੋਕ ਵੜਦੇ ਆ ਉਹਨੂੰ ਬਹੁਤ ਜ਼ਿਆਦਾ ਸਾਫ਼ ਰੱਖਿਓ। ਅੱਛਾ ਜੀ, ਠੀਕ ਤੇ ਹੈ। ਆਪਣੀ ਜਿਹੜੀ ਦਹਲੀਜ਼ ਹੈ ਉਹਨੂੰ ਧੋ ਦੇਣਾ। ਅੱਛਾ ਜੀ, ਠੀਕ ਹੈ ਜੀ। ਜਿੱਦਾਂ ਆਪਾਂ ਆਪਣੀ ਦਹਲੀਜ਼ ਨੂੰ ਗਿੱਲਾ ਕੱਪੜਾ ਲੈ ਕੇ ਫੈਰੀ ਨਾਲ ਧੋ ਦੇਣਾ। ਅੱਛਾ ਜੀ, ਠੀਕ ਹੈ। ਹਰ ਰੋਜ਼ ਧੋਣਾ ਔਰ ਰੋਜ਼ ਜਿਹੜੇ ਪਹਿਲ ਦਹਲੀਜ਼ ਤੋਂ 3 ਫੁੱਟ ਜਿਹੜੀ ਜਗ੍ਹਾ ਆ ਉਹ ਵੀ ਧੋ ਦੇਣੀ ਹੈ। ਠੀਕ ਹੈ ਜੀ। ਪਾਣੀ ਦੀ ਬਾਲਟੀ ਰੱਖਣੀ ਹੈ ਭਰ ਕੇ। ਅੱਛਾ ਜੀ। ਸਵੇਰੇ ਉੱਠ ਕੇ ਅੱਧੀ ਬਾਲਟੀ, ਰਾਤ ਨੂੰ ਪਾਣੀ ਦੀ ਬਾਲਟੀ ਭਰ ਕੇ ਸਰਾਣੇ ਰੱਖ ਲਓ, ਅੱਧੀ ਬਾਲਟੀ ਸੱਜੇ ਪਾਸੇ ਪਾਣੀ ਆ, ਅੱਧੀ ਬਾਲਟੀ ਪਾਣੀ ਖੱਬੇ ਪਾਸੇ ਪਾਣਾ। ਕਿਤੇ ਘਰ ਦੇ ਜਾਨੀ ਕਿ ਡੋਰ ਦੇ ਮੋਹਰਲੀ ਡੋਰ ਤੇ ਮਗਰਲੀ ਡੋਰ? ਮੋਹਰਲੀ, ਜਿਹਦੇ ਵਿੱਚ ਲੋਕਾਂ ਨੇ ਆਣਾ ਖਰੀਦਣ ਘਰ। ਅੱਛਾ ਜੀ। ਅੱਧੀ ਬਾਲਟੀ ਸੱਜੇ ਪਾਸੇ ਪਾ ਦੇਣੀ ਹੈ ਪਾਣੀ ਦੀ, ਡੋਲ ਦੇਣੀ ਹੈ, ਅੱਧੀ ਬਾਲਟੀ ਖੱਬੇ ਪਾਸੇ ਪਾ ਦੇਣੀ ਹੈ। ਰਾਤ ਨੂੰ ਸਰਾਣੇ ਰੱਖ ਕੇ ਜਾਨੀ ਕਿ ਸਵੇਰ ਨੂੰ ਪਾਣੀ। ਹਾਂ ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਇਹ ਰੋਜ਼ ਕਰੀ ਜਾਣਾ ਔਰ ਘਰ ਬਹੁਤ ਜ਼ਿਆਦਾ ਸਾਫ਼ ਰੱਖਣਾ ਹੈ। ਅੱਛਾ ਜੀ। ਔਰ ਕਦੇ ਕਤਾਈ ਸ਼ਾਮ ਨੂੰ ਮੁਸ਼ਕਪੂਰ ਜਲਾ ਲਿਆ ਕਰੋ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕੈਂਫਰ ਕਹਿੰਦੇ ਆ। ਔਰ ਉਹਦੀ ਮੁਸ਼ਕਪੂਰ ਦੀ ਤੁਖਾਰ ਦੇ ਕੇ ਸਾਰੇ ਘਰ ਉਹਨੂੰ ਸਟੀਲ ਦੀ ਪਲੇਟ ਤੇ ਜਲਾ ਲਈਦਾ ਔਰ ਸਾਰੇ ਘਰ ਦੇ ਵਿੱਚ ਚੱਕਰ ਲਾ ਲਈਦਾ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਹਾਂਜੀ। ਹੁਣ ਮੈਂ ਤੁਹਾਨੂੰ ਕੁਝ ਉਪਾਅ ਦੇ ਦਿੰਦਾ, ਤੁਸੀਂ ਇਹਦੇ ਨਾਲ ਥੋੜਾ ਬੈਲੈਂਸ ਕਰ ਲੈਣਾ ਆਪਣੇ ਆਪ ਨੂੰ। ਹਾਂਜੀ, ਠੀਕ ਹੈ ਜੀ, ਦੱਸੋ ਜੀ, ਮੈਂ ਲਿਖਦੀ ਹਾਂ ਜੀ। ਲੇਕਿਨ ਮੁਸ਼ਕਪੂਰ ਜੇ ਤੁਸੀਂ ਲਗਾਤਾਰ 43 ਦਿਨ ਤੁਖਾਰਤਾ ਫਿਰ ਆਪਾਂ ਨੂੰ ਹੈਲਪ ਹੋ ਜਾਏਗੀ। ਅੱਛਾ ਜੀ। ਚਾਰ ਕਿਲੋ ਜੌਂ ਹਾਂਜੀ। ਘੱਟੋ ਘੱਟ 10 ਜਗ੍ਹਾ ਇੱਕ ਦਿਨ ਕਬੂਤਰਾਂ ਨੂੰ ਪਾ ਦਿਓ। ਅੱਛਾ ਜੀ। ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਪਾ ਦਿਓ। 4 ਕਿਲੋ ਜੌਂ 10 ਜਗ੍ਹਾ ਕਬੂਤਰਾਂ ਨੂੰ ਪਾ ਦਿਓ। ਹਾਂਜੀ। 4 ਸੁੱਕੇ ਲਲੇਰ ਹਾਂਜੀ। ਸਿਰ ਨੂੰ ਛੁਆ ਕੇ ਖੜੇ ਪਾਣੀ 'ਚ ਪਾ ਦਿਓ। ਅੱਛਾ ਜੀ। 600 ਗ੍ਰਾਮ ਕਾਲੇ ਤਿਲ ਬਰਾਊਨ ਵੂਲਨ ਸ਼ਾਲ ਦੇ ਵਿੱਚ ਰੈਪ ਕਰਕੇ ਆਪਣੇ ਘਰ ਦੀ ਲੋਫਟ 'ਚ ਰੱਖ ਦਿਓ ਜਾਂ ਆਪਣੇ ਘਰ ਦੇ ਆਪਣੇ ਬੈਡਰੂਮ ਦੇ ਵਿੱਚ ਸਿਰ ਤੋਂ ਉੱਚੀ ਜਗ੍ਹਾ ਤੇ ਰੱਖ ਦਿਓ। 600 ਗ੍ਰਾਮ ਕਾਲੇ ਤਿਲ ਬਰਾਊਨ ਵੂਲਨ ਸ਼ਾਲ ਦੇ ਵਿੱਚ ਰੈਪ ਕਰਕੇ ਜਾਂ ਆਪਣੇ ਘਰ ਦੀ ਲੋਫਟ 'ਚ ਰੱਖ ਦਿਓ ਜਾਂ ਆਪਣੇ ਘਰ ਦੇ ਬੈਡਰੂਮ ਦੇ ਵਿੱਚ ਜਿੱਥੇ ਸੌਂਦੇ ਹੋ ਸਿਰ ਤੋਂ ਉੱਚੀ ਜਗ੍ਹਾ ਤੇ ਰੱਖ ਦਿਓ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਹਾਂਜੀ, ਹੋਰ ਦੱਸੋ ਜੀ। ਜਿਹੜੇ 4 ਸੁੱਕੇ ਲਲੇਰ ਹੈ ਸਿਰ ਨੂੰ ਛੁਆ ਕੇ ਖੜੇ ਪਾਣੀ 'ਚ ਪਾਣਾ ਹੈ, ਇਹ ਉਪਾਏ ਘੱਟ ਤੋਂ ਘੱਟ 4 ਵਾਰੀ ਕਰ ਦਿਓ। ਠੀਕ ਹੈ ਜੀ, ਠੀਕ ਹੈ। ਹੁਣ ਇੱਕ ਉਪਾਏ ਦੇ ਰਹੇ ਹਾਂ, ਤੁਸੀਂ ਕਰਨਾ ਹੈ। ਹਾਂਜੀ, ਦੱਸੋ ਜੀ। 2 ਕਿਲੋ ਦੇਸੀ ਘਿਓ ਲੰਗਰ 'ਚ ਦਿਓ। ਅੱਛਾ ਜੀ, ਠੀਕ ਹੈ। ਦੇ ਦਿਓ ਸ਼ੁੱਕਰਵਾਰ ਵਾਲੇ ਦਿਨ।
ठीक है जी। ਔਰ ਇੱਕ ਮਿੱਟੀ ਦੇ ਕੁੱਜੇ ਵਿੱਚ ਮਿੱਟੀ ਦਾ ਕੁੱਜਾ ਲੈਣਾ ਹੈ, हाँ जी। ਉਹਦੇ ਵਿੱਚ ਪਾਣੀ ਭਰ ਲੈਣਾ ਹੈ, हाँ जी। ਉਹਦੇ ਮੂੰਹ ਦੇ ਉੱਤੇ ਫਰੈਸ਼ ਕੋਕੋਨਟ ਹਰੇ ਦੁਪੱਟੇ 'ਚ ਰੈਪ ਕਰਕੇ ਉਹਦੇ ਮੂੰਹ ਦੇ ਉੱਤੇ ਰੱਖਣਾ ਹੈ। ਮਿੱਟੀ ਦਾ ਕੁੱਜਾ ਲੈ ਕੇ ਆਣਾ ਹੈ, ਕੁੱਜਾ हाँ जी। ਉਹ 'ਚ ਪਾਣੀ ਪਾਣਾ ਹੈ, ਪਾਣੀ ਨਾਲ ਭਰ ਲਓ हाँ जी। ਔਰ ਉਹਦੇ ਮੂੰਹ ਦੇ ਉੱਤੇ ਪਾਣੀ ਵਾਲਾ ਨਾਰੀਅਲ हाँ जी। ਹਰੇ ਦੁਪੱਟੇ 'ਚ ਰੈਪ ਕਰਕੇ ਮੂੰਹ ਤੇ ਉਹਦੇ ਰੱਖ ਦੇਣਾ ਹੈ। ਹਰ ਰੋਜ਼ हरा दुपट्टा ही चाहिए या हरा कपड़ा ही हो सकता जी? ਦੁਪੱਟਾ ਲਈਦਾ ਹੈ। अच्छा जी। ਹਾਂ, ਹਰ ਰੋਜ਼ ਆਪਾਂ ਸਵੇਰੇ ਉੱਠ ਕੇ ਕੁੱਜੇ ਦਾ ਪਾਣੀ ਚੈੱਕ ਕਰਨਾ ਹੈ, ਜਿੰਨਾ ਪਾਣੀ ਸੁੱਕ ਗਿਆ ਉਹ 'ਚੋਂ ਨਹਰ ਪਾ ਦੇਣਾ, अच्छा जी। ਇਹਦਾ ਕਰੀ ਜਾਣਾ ਹੈ। कितने रखना है ਜੇ इसको? ਆਪਣੇ ਕਿਚਨ 'ਚ ਰੱਖ ਲਓ, ਸਾਫ਼ ਸੁਥਰੀ ਜਗ੍ਹਾ ਤੇ ਰੱਖ ਲਓ। अच्छा जी। ਜੇ ਕੋਸ਼ਿਸ਼ ਕਰੋ ਤੁਹਾਡੇ ਕੋਲ ਮੈਗਨੈਟਿਕ ਕੰਪਸ ਹੈਗੀ ਹੈ, ਨਾਰਥ ਵੈਸਟ ਡਾਇਰੈਕਸ਼ਨ ਜਿਹੜੀ ਘਰ ਦੀ ਹੈ ਅੰਦਰ ਗਰਾਊਂਡ ਫਲੋਰ ਤੇ ਉੱਤੇ ਰੱਖ ਲਓ, नॉर्थ वेस्ट। ਨਾਰਥ ਵੈਸਟ, अच्छा जी, ठीक है जी। ਨਾਰਥ ਔਰ ਵੈਸਟ ਦੇ ਬਿਲਕੁਲ ਦਰਮਿਆਨ। अच्छा जी। ठीक है जी। ਇਹਦੇ ਨਾਲ ਤੁਹਾਨੂੰ ਸਪੋਰਟ ਮਿਲ ਜਾਏਗੀ, ਲੇਕਿਨ ਇਹ ਹੈ ਕਿ ਥੋੜਾ ਜਿਹਾ ਆ ਜਿਹੜੇ ਹੁਣ ਨੈਕਸਟ 90 ਡੇਜ਼, ਨੈਕਸਟ 100 ਡੇਜ਼, ਨੈਕਸਟ 120 ਡੇਜ਼ ਪ੍ਰੋਡਕਟਿਵ ਹੈ। ਤੁਸੀਂ ਕਈ ਵਾਰੀ ਕਹਿੰਦੇ ਹੁੰਦੇ ਆ ਬਈ ਲక్ష్ਮੀ ਦੀ ਉਪਾਸਨਾ ਕਰਦੇ, ਮੈਂ ਤਾਂ ਸਿੱਖ ਕਰਾਂਗਾ ਨਾ, ਮੈਂ ਸੁਖਮਨੀ ਸਾਹਿਬ ਜਾਂ ਉਦਾਂ ਆਪਣਾ ਨਿਤਨੇਮ ਕਰਦੀ ਹੁੰਦੀ, ਉਹ ਨਹੀਂ ਮੈਨੂੰ ਆਦਾ ਹੁੰਦਾ। ਠੀਕ ਹੈ। ਨਹੀਂ, ਉਹ ਤੁਹਾਡੇ ਸੁਖਮਨੀ ਸਾਹਿਬ ਦਾ ਜਪ ਦਿਨ 'ਚ 2 ਵਾਰੀ ਕਰੋ, ਅੱਛਾ ਜੀ। ਫਿਰ ਉਹ 'ਚ ਠੀਕ ਹੈ। ਮੈਂ ਕਿਹਾ ਸਭ ਤੁਸੀਂ ਸਾਰੀਆਂ ਵਿਦਿਆਵਾਂ, ਸਾਰੀਆਂ ਤਾਕਤਾਂ ਉਹ 'ਚ ਮਹਾਰਾਜ ਨੇ ਪਾਈਆਂ ਹੋਈਆਂ। ਠੀਕ ਹੈ ਜੀ। ਜਿਹਨੂੰ ਭਗਉਤੀ ਕਹਿਤਾ, ਜਦੋਂ ਪ੍ਰਥਮ ਭਗਉਤੀ ਤੇ ਆ ਕੇ ਉਹ ਜਦੋਂ ਉਹਨੂੰ ਤੇ ਆ ਕੇ ਉਹਨਾਂ ਨੇ ਜਦੋਂ ਉਹਨਾਂ ਨੂੰ ਪ੍ਰਣਾਮ ਕੀਤਾ, ਉਹਦੇ 'ਚ ਹੀ 10 ਮਹਾਵਿਦਿਆਵਾਂ ਉਹਦੇ ਵਿੱਚ ਹੀ ਆ ਗਈਆਂ। ਥੈਂਕ ਯੂ ਜੀ। ਫਿਰ ਠੀਕ ਹੈ ਜੀ। ਠੀਕ ਹੈ ਜੀ। ਨਾ ਉਹਦੇ 'ਚ ਕੋਈ ਸਾਡਾ ਕੋਈ ਡਿਫਰੈਂਸ ਹੋ ਹੀ ਨਹੀਂ ਸਕਦਾ ਕਦੀ। ਪ੍ਰਥਮ ਭਗਉਤੀ, ਜਦੋਂ ਭਗਉਤੀ ਨੂੰ, ਸ਼ਕਤੀ ਨੂੰ ਉਹਨੇ ਪ੍ਰਣਾਮ ਕਰਕੇ ਕਿਹਾ ਇੱਥੋਂ ਸ਼ੁਰੂ ਕਰਦਾ ਮੈਂ, ਤੇ ਉਹਦੇ 'ਚ ਹੀ ਸਾਰੀਆਂ ਵਿਦਿਆਵਾਂ, ਸਾਰੀਆਂ ਸ਼ਕਤੀਆਂ ਉਹਦੇ ਵਿੱਚ ਹੀ ਆ ਗਈਆਂ। ਠੀਕ ਹੈ ਜੀ। ਉਹ ਕੋਈ ਪ੍ਰੋਬਲਮ ਨਹੀਂ। ਜਪਜੀ ਸਾਹਿਬ ਦਾ ਜਾਪ ਕਰੋ, ਸੁਖਮਨੀ ਸਾਹਿਬ ਦਾ ਜਾਪ ਕਰੋ ਦਿਨ 'ਚ 2 ਵਾਰੀ। ਠੀਕ ਹੈ ਜੀ। ਉਹ ਕੋਈ ਉਹਦੇ 'ਚ ਕੋਈ ਉਹ ਨਹੀਂ ਹੈ। थैंक यू प्रकाश जी। ओके जी, विश यू ऑल द बेस्ट, थैंक यू। थैंक यू। हाँ जी, नमस्कार जी। नमस्कार, मैं इंग्लिश में बात कर सकती हूँ? ऑफ कोर्स, ऑफ कोर्स, ऑफ कोर्स। मेरा डेट ऑफ बर्थ है 25th of January 1980। कैन आई हैव योर नेम फर्स्ट प्लीज? सुनीता। योर नेम? सुनीता। सुनीता। सुनीता, Time of birth your date of birth? 25th of January 1980। Time of birth? 2:15 a.m. Place of birth? London। How can I help you, Sunita? दो क्वेश्चन है, एक है शादी पर, शादी कब होगी, और दूसरा है करियर में, काम पर। Your first question is regarding your marriage, and second question related with your career. Okay. January 25th, 1980, 2:15 in the early part of the morning? Early part in the morning, a.m. AM, London, England. Was you ever been married before or in a relationship before? No, Never ever? no. Been engaged, but not वो कहीं नहीं बात। Actually, your marriage window was supposed to open since March 2010. So since March 2010, any proposals? आई है, 2 आई है, लेकिन वो it didn't work out।
is marriage for next year, do you think, or? The marriage window was open at that time, and it's supposed to happen. The another situation regarding marriage is, say, things are supposed to be get united and moving on. I can only see the phase going to start in future from 12th of February 2015 till 13th of April 2016. That is a time. Oh, is that the next time of marriage? Yeah. Okay. But that's the only time it was open. I think the Mars Dasha is ruling Mars at the moment. You're under the effect of main Dasha. Mahadasha of Mars started since 20th of March 2010. This Dasha is going to be finished on 20th of March 2017. This is the only time, this particular frame, this particular Dasha means marriage, relationship. Okay, so from 2010 to 2017. Yes. But Okay. in the start of the Dasha, it could be supposed to be very effective, supposed to bring the relationship, opportunity for you getting married and moving on. From, I can say from 2010 March, for next, since 2010 March till mid July 2011, that is a time, even after that. But if it didn't happen, the next phase of that particular, if you say starting for marriage or relationship, is supposed to be happening in future. You can say that February 2015 till April 2016. Okay, and will this be someone that I know or someone new? I think, I don't know, I cannot understand. My instincts say you should be, you are supposed to be emotionally involved with someone. And you say I yes. am. Yeah, I am, but things are just not working out. But my instinct says openly you're romantically involved with somebody, and maybe there are a few complications you have to deal with it, or the other party have to deal with. That is my instinct for you. Okay. And that I do not buy that you are not in any relationship. For me, it's like that is not a right statement. Okay. You are mentally attached with somebody, and yes, there are a few complications. I understand that. I'm not taking that away from you, but I think you or the other party find it difficult to deal with the situation. I understand that, but that doesn't mean that the romance is not there. Okay. So the next period of marriage is between 2015 or 2016. Next year is not a good time, is it? Next year I'm not going to say anything. Next year is a complication will be a lot more, issues will be a lot more, living conflict can be more. Issues are there, but that's not time for joy in that respect. Okay. No. Okay. And anything I can do to make things better? You're supposed to, you have to raise your Venus. Venus is not here or there. Venus is not in a very good shape. You have to supposed to raise your Venus. You have to make sure that 7th house should not be spoiled by moon. Moon is just like a planet which is keeping you as a single woman. Okay. But we should not say we should let this moon go. Moon is not. If the moon is taking charge of your relationship, then you carry on leading single life for a long, long time. You can be involved with love. You can be romantically involved with someone, but socially, publicly, you'll be a single woman. That won't take you anywhere. So how do I let go of moon? There are some tasks I can give you over the live show. There are some tasks you have to consult me privately, but there are some tasks you have to can say, okay, this you should do. Some task you have to do it. You have to take a private consultation.
Okay. You got to raise your Venus. Venus position is not very nice. If you want to be, if you want to give your romance a practical forum or practical state, Venus have to be liberated and absolutely strong. Venus is weak, and the 7th house is taken over by Moon. Okay. Moon, if the Is there Moon is anything you can tell me to make things better now? I know you said privately, but okay, I'm going to give you a few tasks to perform, and please do those tasks. What I'm going to do, I'll help you to balance the equation of your relationship. okay. So here we go then. Your name is Sunita. Mm-hmm. You think this romantic relationship is quite complicated? Mm-hmm. Yes or no? Yes. First thing first, have a bath with milk and yogurt. Use it like make a mixture of milk and yogurt. Use it as a shower gel every other day or every day. It's quite important for you. Second thing is try to wear a fine quality diamond in platinum in right hand's middle finger. Okay. Please donate kacha besan and sugar. The quantity should be 8 kilogram each to temple on Thursday or Tuesday. Okay. Make sure you should not wear any kind of artificial jewelry at all. Make sure you should not wear a color nail polish on your nails. Make sure, try not to wear too much heavy eye makeup. And try to wear a fine gold studs in your ears, but not the beads. Try not to wear any kind of a bead around your neck. Mm-hmm. Time to time, donate beer to people who love beer, strong beer. If there's somebody love beer, especially during this particular time, it's going for Christmas, please carry on donating beer if you can. In your agenda, in your list, you should at least give beer to minimum 40 to 45 people, if you can. Okay. Or donate 45 bottles of beer to same person or different people, no problem. And feed 800 gram barley to birds. Okay, what I want to do that, let us try to do it more. If you can wear a fine quality diamond in platinum, bigger size, half carat plus, in your right hand's middle finger in platinum, and try to wear the fine quality diamond, again half carat, in platinum around your neck, but have to be very fine quality, not commercial graded. No, I want to raise your Venus to the extreme, to the maximum, if I can, and try to wear in left hand's middle finger fine silver band without joint. Okay. There are So marriage in my chart is there. sorry. Marriage in my charts are there. Okay, let us talk very straight.
You can be involved with somebody romantically. The moon and the Saturn are blocking the path. Okay. Moon and Saturn doesn't want you to get married. No. Okay. They have their own reasons, the blockage is there. Moon really wanted you to keep you as a single woman. What the Venus is trying for you, romance, mentally attachment with somebody, involved with somebody, emotionally involved with somebody. That is a Venus. But at this particular moment, Mars started since 2010. Mars, main role of the Mars in your life is getting married, moving on, build a family life. Okay. So Mars has already started that. But since 2010 till now, where is the marriage? He's creating an opportunity, he's giving you an opportunity. You are involved with, here we go, here we go, here we go. But in the long run, everything we are doing, we are not getting any result. So what I want to do at the moment, Mars, if Mars was on its own, it was there, it could be done and dusted. But your Mars and Jupiter, Rahu are together and they are not good. We got to take the Rahu away from this combination. Let us join the Mars and Jupiter, which is okay, no problem, we can take that on. But not Mars, Jupiter and Rahu, not at all. हाँ जी, नमस्कार जी। ਨਮਸਕਾਰ ਭਾਜੀ, ਮੈਂ ਨਾ ਆਪਣਾ ਪੁੱਛਣਾ ਸੀ ਕੋਈ ਜਿੱਦਾਂ ਕੋਰਟ ਕੇਸ ਆ ਮੇਰੇ ਡੈਡੀ ਦੇ ਘਰ ਦਾ ਤੇ ਉਹ ਮੈਨੂੰ ਬਣਾ ਗਏ ਸੀਗੇ ਐਗਜ਼ੈਕਟਿਵ ਵਿਲ ਦਾ। ਹਾਂਜੀ। ਕੁਝ ਬਣਦਾ ਹੀ ਨਹੀਂ ਹੈ ਘਰ ਦਾ। ਮੇਰੇ ਭਰਾ ਘਰ 'ਚ ਬੈਠਾ ਆ, ਉਹ ਕਹਿੰਦਾ ਮੇਰਾ ਘਰ ਆ, ਕੋਰਟ ਕਚਹਿਰੀਆਂ 'ਚ ਲਈ ਫਿਰਦਾ ਮੈਨੂੰ। ਤੇ ਦੂਸਰੇ ਵੀ ਭੈਣ ਭਰਾ ਜਿਨ੍ਹਾਂ ਦੇ ਪੈਸੇ ਉਹ ਵਿੱਚੋਂ ਘਰ ਤੋਂ ਨਿਕਲਣੇ। ਇੰਡੀਆ ਦਾ ਘਰ ਜਿਹੜਾ ਸੀ ਉਹ ਮੇਰਾ ਦੂਸਰਾ ਭਰਾ ਵੇਚ ਆਇਆ ਆ। ਫਿਰ ਪੈਸੇ ਘਰ 'ਚ ਵੀ ਨਹੀਂ ਪੈਸੇ ਬਣਦੇ, ਕੁਛ ਵੀ ਨਹੀਂ, ਪੈਸੇ ਬਸ ਵਕੀਲਾਂ ਨੂੰ ਦੇਈ ਜਾਂਦੇ ਆ। ਓਕੇ ਜੀ, ਨਾਮ ਦੱਸੋ ਕੀ ਹੈ ਕਿਹਦਾ? ਤੁਹਾਡਾ? ਮੇਰਾ ਪੀ ਤੋਂ ਸਟਾਰਟ ਹੁੰਦਾ ਨਾਮ। ਪੂਰਾ ਨਾਮ ਦੱਸੋ। ਭੁਪਿੰਦਰ। ਭੁਪਿੰਦਰ। ਹਾਂਜੀ। डेट ऑफ बर्थ की है जी? 3rd 12 1960। और पैदाइश का वक्त की है जी? ਸਵਖਤੇ ਸੀ ਸਵੇਰ ਚੜ੍ਹਦੀ ਦਾ ਕੀਨੀਆ ਦੇ ਵਿੱਚ ਨਰੋਬੀ 'ਚ। 4 ਵਜੇ ਕਿੰਨੇ ਵਜੇ ਦਾ ਟਾਈਮ ਕਰੀਏ? ਟਾਈਮ ਸਵੇਰ ਦਾ ਸਵਖਤੇ ਕਹਿੰਦੇ ਹੁੰਦੇ ਸੀ, ਸਵਖਤ ਉਦੋਂ ਦਿਨ ਚੜ੍ਹਦਾ ਸੀ। 4-5 ਵਜੇ ਦਾ ਕਰ ਲਈਏ? ਹਾਂਜੀ 5 ਵਜੇ ਦਾ ਕਰ ਲੈਂਦੇ। और कीनिया च कित्थे पैदा होए तुसी? ਨਾਇਰੋਬੀ 'ਚ। हाँ जी बोलो। ਹਾਂਜੀ ਬਸ ਪੈਸੇ ਵੀ ਨਹੀਂ ਜੋੜਦੇ, ਉਹ ਘਰ ਦੇ ਵਿੱਚ ਕੋਰਟ ਕਚਹਿਰੀਆਂ 'ਚ ਲਈ ਫਿਰਦਾ ਬਸ ਭਰਾ। ਜਿਹੜੀ ਥੋੜੀ ਜਿਹੜੀ ਪ੍ਰੋਪਰਟੀ ਦੀ ਪ੍ਰੋਬਲਮ ਚੱਲ ਰਹੀ ਹੈ, ਇਹ ਕੋਈ 3 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਜਾਂ ਇਹ 10 ਸਾਲ ਹੋ ਗਏ? हाँ मतलब ਜਦੋਂ ਦਾ ਡੈਡੀ ਮੇਰਾ हाँ जस्ट 2005 2008 ਦਾ। ਹਾਂਜੀ। ਜਿਹੜਾ ਘਰ ਜਿਹੜਾ ਵੀ ਤੁਹਾਡੀ ਚੀਜ਼ਾਂ ਹੈਗੀਆਂ ਉਹ ਸਾਰੀਆਂ ਇਸ ਮੁਲਕ 'ਚ ਹੈ ਜਾਂ ਫੋਰਨ 'ਚ ਵੀ ਹੈ? ਨਹੀਂ ਇੰਡੀਆ ਦਾ ਵੀ ਘਰ ਸੀਗਾ, ਉਹ ਇੰਡੀਆ ਦਾ ਘਰ ਮੇਰਾ ਦੂਸਰਾ ਭਰਾ ਦੀ ਵੋਟੀ ਵੇਚ ਆਈ। ਓਕੇ। ਹੁਣ ਇਹਦਾ ਹੈਗਾ ਜੀ ਜਿਹੜਾ ਤੁਹਾਡਾ ਹੁਣ ਜਿਹੜਾ ਫੇਜ਼ ਚੱਲ ਰਿਹਾ ਹੈਗਾ, ਇਹ ਫੇਜ਼ ਤੁਹਾਡਾ ਹੁਣ 15 ਨਵੰਬਰ ਤੋਂ ਲੈ ਕੇ 15 ਨਵੰਬਰ ਇਸ ਸਾਲ ਦੇ ਲੈ ਕੇ 15 ਨਵੰਬਰ 2013 ਤੋਂ ਲੈ ਕੇ 15th ਜਨਵਰੀ 2017 ਦੇ ਪੀਰੀਅਡ ਦੇ ਵਿੱਚ ਇਹ ਪ੍ਰੋਬਲਮ ਸੋਲਵ ਹੋਣੀ ਹੈ। ਲੇਕਿਨ ਮੇਰਾ ਇਹ ਅੰਦਾਜ਼ਾ ਮੰਨਣਾ ਹੈ ਕਿ ਅਗਲੇ ਸਾਲ ਜੂਨ ਜੁਲਾਈ ਤੋਂ ਬਾਅਦ
ਤੁਹਾਡੇ ਕੋਲ ਉਹ ਟਾਈਮ ਹੈਗਾ ਜਿਸ 'ਚ ਪ੍ਰੋਬਲਮ ਰਿਜ਼ੋਲਵ ਹੋ ਜਾਏਗੀ। ਅੱਛਾ ਜੀ। ਕਿਉਂਕਿ ਕਿੰਨੇ ਹੀ ਸਾਲ ਹੋ ਗਏ ਬਸ ਤੇ ਵੀ ਹੁਣ ਸਰੀਰ ਵੀ ਉਦਾਂ ਦਾ ਤੁਹਾਨੂੰ ਪਤਾ ਭਰਾ, ਕਿੰਨੇ ਹੀ ਸਾਲ 10 ਸਾਲ ਹੋਣ ਲੱਗੇ ਹੁਣ। ਉਹਨੇ ਤਾਂ ਹੈ ਕਿ ਜਿਹੜੀ ਜੇ ਤਾਂ ਤੁਹਾਡੇ ਕੋਲ ਇਹਦੇ ਕਾਗਜ਼ ਪੱਤਰ ਪੂਰੇ ਹੈ ਜਾਂ ਜੋ ਵੀ ਰਿਕੁਆਇਰਮੈਂਟਸ ਹੈਗੀਆਂ, ਹਾਂਜੀ 15 ਨਵੰਬਰ 2013 ਤੋਂ ਲੈ ਕੇ 15 ਜਨਵਰੀ 2017 ਤੱਕ, 15 ਜਨਵਰੀ 2017 ਦੇ ਵਿੱਚ ਤੱਕ ਇਹ ਪ੍ਰੋਬਲਮ ਸੋਲਵ ਹੋਏਗੀ। ਅੱਛਾ। ਇਹਦੇ ਪੀਰੀਅਡ 'ਚ ਹੀ ਹੋਣਾ ਇਹਨੇ। ਤੇ ਫੇਵਰ ਕਿਹਦੇ ਚ ਹੋਊਗਾ, ਉਹ ਰਿਸਕ ਚ ਕਿ ਸਾਡੀ ਚ? ਹਾਂਜੀ, ਇਹ ਕਿਹੜੀ ਮੇਰੇ ਭਰਾ ਦੀ ਫੇਵਰ ਚ ਹੋਏਗਾ ਕਿ ਸਾਡੀ ਫੇਵਰ ਚ ਹੋਊਗਾ? ਜੇ ਤੁਹਾਨੂੰ ਆਪਣੇ ਫਾਦਰ ਸਾਹਿਬ ਤੋਂ ਕੋਈ ਚੀਜ਼ ਮਿਲਣੀ ਹੈ ਇਹਦੇ ਵਿੱਚ ਮਿਲ ਜਾਏਗੀ। ਅੱਛਾ ਜੀ। ਜੇ ਕਿਤੇ ਕ੍ਰਾਸ ਕਰ ਗਿਆ 2017 ਜਨਵਰੀ ਨੂੰ, ਫੇਰ ਨਹੀਂ ਮਿਲੇਗੀ। ਫੇਰ ਨਹੀਂ ਮਿਲਣੀ? ਨੋ। ਅੱਛਾ ਜੀ। ਜੇ ਆਪਾਂ ਆਹੀ ਟਿਕ ਫੇਜ਼ ਹੈ, ਜੇ ਆਪਾਂ ਸਮਝਦੇ ਹਾਂ ਕਿ ਹਾਂ ਮੈਨੂੰ ਬਾਪ ਤੋਂ ਕੁਝ ਮਿਲੇਗਾ, ਆਪਾਂ ਉਹਨੂੰ ਚੱਕ ਲਈਏ, ਹਾਂਜੀ ਇਹੀ ਫੇਜ਼ 'ਚ ਮਿਲਣਾ ਹੈ। ਜੇ ਇਹਨੇ ਕ੍ਰਾਸ ਕਰ ਗਿਆ 2017 ਜਨਵਰੀ 'ਚ ਨੂੰ ਕ੍ਰਾਸ ਕਰ ਗਿਆ, ਆਪਾਂ ਕੇਸ ਤੇ ਕੇਸ ਫੇਰ ਨਹੀਂ ਮਿਲੇਗਾ। ਅੱਛਾ ਜੀ। ਨੋ। ਫਿਰ ਤੁਸੀਂ ਇਹ ਹੈ ਕਿ ਤੁਸੀਂ ਐਕਸਪੈਕਟ ਤਾਂ ਕਰਦੇ ਹੋ ਵੀ ਮੈਨੂੰ ਮਿਲਣਾ ਚਾਹੀਦਾ ਹੈ, ਮੈਨੂੰ ਦਿੱਤਾ ਜਾਣਾ ਚਾਹੀਦਾ ਹੈ, ਮੇਰਾ ਹੱਕ ਹੈ। ਹਾਂਜੀ ਉਹ ਫਿਰ ਤੁਹਾਡੀ ਉਹ ਬਹਿਸਬਾਜ਼ੀ 'ਚ ਹੋ ਜਾਏਗੀ, ਲੇਕਿਨ ਹੱਥ ਪੱਲੇ ਕੱਖ ਨਹੀਂ ਆਣਾ ਉਹਦੇ ਨਾਲ। ਅੱਛਾ ਜੀ। ਹਾਂ, ਉਹ ਫਿਰ ਖੱਜਲ ਖਰਾਬੀ ਹੈ, ਉਹਦੇ 'ਚ ਕੋਈ ਗੱਲ ਬਣੂਗੀ ਨਹੀਂ ਇਨ ਦਾ ਲੌਂਗ ਰਨ। ਅੱਛਾ ਜੀ। ਜੇ ਉਹ ਬਣੀ ਵੀ ਤੇ ਉਹ ਇੰਨੀ ਹੋਣੀ ਹੈ ਕਿ ਫਿਰ ਆਪਾਂ ਨੂੰ ਜੇ ਉਹ ਮਿਲ ਵੀ ਗਈ ਤੇ ਉਹਦਾ ਕੋਈ ਇੰਨਾ ਫਾਇਦਾ ਨਹੀਂ ਹੈ ਹਾਂਜੀ ਸਹੀ ਗੱਲ ਹੈ। ਕਿ ਜਦੋਂ ਲੋੜ ਸੀ ਉਦੋਂ ਮਿਲਿਆ ਨਹੀਂ, ਹਾਂਜੀ ਹੁਣ ਕੀ ਕਰੀਏ ਅਸੀਂ ਇਹਨੂੰ। ਹਾਂਜੀ ਹਾਂਜੀ ਉੱਦਾਂ ਹੈ, ਫਿਰ ਉਹ ਕੋਈ ਬੇਸਵਾਦੀ ਜੀ ਗੱਲ ਹੋ ਜਾਣੀ ਹੈ। ਹੁਣ ਜਿਹੜਾ ਫੇਜ਼ ਹੈ ਤੁਹਾਡਾ ਹੁਣੀ ਹੈ, ਇਹ ਟਾਈਮ ਤੇ ਮਿਲਣਾ ਹੈ। ਉਹਨੇ ਆ ਵੀ ਤੁਸੀਂ ਵੀ ਆਪਣੇ ਵੱਲੋਂ ਪੁਰਸ਼ਾਰਥ ਜਾਂ ਜੋ ਵੀ ਤੁਹਾਡੀ ਸਟ੍ਰੈਟਜੀ ਹੈ ਹਾਂਜੀ ਉਹ ਕਰਕੇ ਤੁਹਾਨੂੰ ਉਹਦੇ ਵਿੱਚ ਤੁਸੀਂ ਗੱਲਬਾਤ ਕਰਕੇ ਉਹਨੂੰ ਲੈ ਲਓ, ਲੇਕਿਨ ਮਿਲਣਾ ਮੁਸ਼ਕਲ ਹੈ। ਅੱਛਾ ਜੀ। ਮਿਲਣਾ ਸੌਖਾ ਨਹੀਂ ਹੋਏਗਾ। ਅੱਛਾ ਜੀ। ਨੋ। ਆਲਰਾਈਟ ਦੈਨ। ਕੁਝ ਤੁਹਾਨੂੰ ਮੈਨੂੰ ਕੁਝ ਉਪਾਅ ਦੇਣੇ ਪੈਣੇ ਹੈ ਹਾਂਜੀ ਇਹਨੂੰ ਥੋੜੇ ਬੈਲੈਂਸ ਕਰਨ ਵਾਸਤੇ, ਹਾਂਜੀ। ਤਾਂ ਕਿ ਤੁਹਾਡੀ ਸਪੋਰਟ ਸਿਸਟਮ ਹੋ ਜਾਏ। ਅੱਛਾ ਜੀ। ਥੋੜਾ ਨਾ ਭੁਪਿੰਦਰ ਹੈ ਨਾ? ਹਾਂਜੀ ਪੀ ਤੋਂ ਸਟਾਰਟ ਹੁੰਦਾ, PAP। ਕੋਈ ਗੱਲ ਨਹੀਂ, ਡੇਟ ਆਫ ਬਰਥ ਠੀਕ ਹੈ ਨਾ ਤੁਹਾਡੀ? ਹਾਂਜੀ ਨੋ ਪ੍ਰੋਬਲਮ। ਇੱਕ ਉਪਾਅ ਦੇ ਰਹੇ ਹਾਂ ਜੀ, ਤੁਸੀਂ ਕਰਨਾ ਹੈ। ਆਫੀਸ਼ੀਅਲੀ ਤੌਰ ਤੇ ਤੁਹਾਨੂੰ ਥੋੜੀ ਸਪੋਰਟ ਚਾਹੀਦੀ ਹੈ, ਉਹ ਕਈ ਗੱਲਾਂ 'ਚ ਬਹੁਤ ਵੀਕ ਹੈ। ਅੱਛਾ ਜੀ। ਇੱਕ ਤਾਂ ਤਾਂਬੇ ਦਾ ਸਿੱਕਾ ਲਓ, ਹਾਂਜੀ ਉਹਦੇ ਸੈਂਟਰ 'ਚ ਹੋਲ ਕਰਕੇ ਚਾਂਦੀ ਦੀ ਚੇਨ ਪਿਰੋ ਕੇ ਉਹ ਗਲੇ 'ਚ ਪਾ ਲਓ। ਅੱਛਾ ਜੀ। ਉਹ ਸਟ੍ਰੇਟ ਵੇ ਪਾਓ ਤੇ ਠੀਕ ਹੈ। ਅੱਛਾ ਜੀ। ਇੱਕ 4 ਕਿਲੋ ਕਾਲੇ ਤਿਲ ਹਾਂਜੀ ਰੰਗ ਬਰੰਗੇ ਕੰਬਲ 'ਚ ਲਪੇਟ ਕੇ ਹਾਂਜੀ। ਆਪਣੇ ਘਰ ਦੇ ਲੋਫਟ 'ਚ ਰੱਖ ਲਓ, ਅੱਛਾ ਜੀ। ਉਹ ਬਹੁਤ ਜ਼ਰੂਰੀ ਹੈ। ਅੱਛਾ ਜੀ। ਇੱਕ ਹੈ ਕਿ ਸਟੀਲ ਦੇ ਜੱਗ ਦੇ ਵਿੱਚ ਜਾਂ ਸਟੀਲ ਦਾ ਡੱਬਾ ਲਓ ਜਿਹੜਾ ਢੱਕਣ ਵਾਲਾ ਹੋਵੇ, ਉਹਦੇ 'ਚ ਦਰਿਆ ਦਾ ਪਾਣੀ ਪਾ ਕੇ 7 ਚਾਂਦੀ ਦੇ ਚੌਰਸ ਟੁਕੜੇ ਪਾ ਕੇ ਰੱਖ ਲਓ। ਅੱਛਾ ਜੀ। ਇੱਕ ਇਹ ਹੈ ਕਿ ਤੁਸੀਂ ਇੱਕ ਕੋਸ਼ਿਸ਼ ਇਹ ਕਰਨੀ ਹੈ, ਇਹ ਕਰ ਸਕਦੇ ਹੋ ਕਿ ਮਿੱਟੀ ਦੇ ਕੁੱਜੇ ਵਿੱਚ ਸ਼ਹਿਦ ਪਾ ਕੇ ਰੱਖੋ। ਅੱਛਾ ਜੀ। ਜਦੋਂ ਮੌਕਾ ਮਿਲੇ ਗੁਰੂ ਘਰ ਜਾਓ, ਆਟਾ ਤੇ ਮੂੰਗੀ ਸਾਬਤ ਦਾਨ ਕਰਦੇ ਰਹੋ। ਅੱਛਾ ਜੀ। ਜਦੋਂ ਵੀ ਗੁਰੂ ਘਰ ਜਾਓ, ਮੌਕਾ ਮਿਲੇ ਹਾਂਜੀ ਆਟਾ ਤੇ ਮੂੰਗੀ ਸਾਬਤ ਦਾਨ ਕਰੋ। ਅੱਛਾ ਜੀ। ਇਹ ਉਪਾਅ ਤੁਹਾਡਾ ਬਹੁਤ ਜ਼ਰੂਰੀ ਹੈ। ਅੱਛਾ ਜੀ। ਹਾਂਜੀ, ਬਾਕੀ ਆਹ ਜਿਹੜੇ ਉਪਾਅ ਨਾਲ ਇਕੁਏਸ਼ਨ ਬੈਲੈਂਸ ਹੋ ਜਾਏਗੀ। ਅੱਛਾ ਜੀ। ਲੇਕਿਨ ਇਹ ਹੈ ਕਿ ਇਹ ਜਿਹੜਾ ਸਿਚੁਏਸ਼ਨ ਹੈਗੀ ਹੈ,
ਹਾਂਜੀ ਉਹਨੇ ਜ਼ਿਆਦਾ ਇਹਦੇ ਇਫੈਕਟ ਹੋਣੇ ਆ, ਜਿਹੜੇ ਰਿਜ਼ਲਟ ਅੱਛੇ ਮਿਲਣ ਦੀ ਉਮੀਦ ਹੈ ਉਹ ਹੋਣੀ ਹੈ ਜੁਲਾਈ ਤੋਂ ਬਾਅਦ। ਅੱਛਾ ਜੀ। ਲੇਕਿਨ ਜੁਲਾਈ ਤੱਕ ਆ ਜਿਹੜੇ ਕਿਸੇ ਤਰੀਕੇ ਨਾਲ ਅਥਾਰਟੀਜ਼ ਤੋਂ ਜੋ ਸਪੋਰਟ ਚਾਹੀਦੀ ਹੈ, ਹਾਂਜੀ ਜਿਹੜੇ ਕਾਨੂੰਨੀ ਸਲਾਹਕਾਰ ਹੈ, ਜਿਹੜੀ ਸਪੋਰਟ ਚਾਹੀਦੀ ਹੈ, ਹਾਂਜੀ ਉਹ ਤੁਹਾਨੂੰ ਕਾਫੀ ਜ਼ਿਆਦਾ ਧਿਆਨ ਰੱਖਣਾ ਪਏਗਾ। ਅੱਛਾ ਜੀ। ਇਹ ਗੱਲ ਹੈ। ਪਰ ਜੇ ਉਹ ਬਣ ਗਈ ਫਿਰ ਤੁਹਾਡੇ ਆਇਆ ਕਿ ਜੁਲਾਈ ਤੋਂ ਬਾਅਦ 6 ਮਹੀਨੇ, ਸਾਲ, 1.5 ਸਾਲ, 2 ਸਾਲ 'ਚ ਤੁਹਾਡਾ ਕੰਮ ਹੋ ਜਾਏਗਾ। ਅੱਛਾ ਜੀ। ਜੇ 2017 ਤੋਂ ਕ੍ਰਾਸ ਕਰ ਗਿਆ ਹਾਂਜੀ ਫਿਰ ਨਹੀਂ ਇਹ ਕੰਮ ਹੋਣਾ। ਅੱਛਾ ਜੀ। ਜੇ ਹੋਇਆ ਵੀ ਤਾਂ ਬਹੁਤ ਲੇਟ, ਜਿੱਦਾਂ ਕਿ ਪੰਜਾਬੀ 'ਚ ਕਹਿੰਦੇ ਆ ਮਰ ਕੇ ਮੁਰੱਬਾ ਮਿਲਿਆ, ਉਹਦਾ ਕੀ ਮਿਲਿਆ? ਹਾਂਜੀ ਹਾਂਜੀ ਸਹੀ। ਉਹਦਾ ਫਿਰ ਤੁਹਾਨੂੰ ਬਹੁਤ ਤੁਹਾਨੂੰ ਕਹਾਂ ਜੀ ਮੈਂ ਤੁਹਾਨੂੰ 20 ਸਾਲ ਬਾਅਦ ਦੇ ਦੂੰਗਾ, ਚੱਲ ਕੋਈ ਗੱਲ ਨਹੀਂ, ਹਾਂਜੀ ਲੋੜ ਤਾਂ ਮੈਨੂੰ ਹੁਣ ਹੈ। ਹਾਂਜੀ ਹਾਂਜੀ ਸਹੀ ਗੱਲ। 20 ਸਾਲ ਬਾਅਦ ਮੈਂ ਕਿੱਥੇ ਲੱਭੂਗੀ ਤੈਨੂੰ? ਹਾਂਜੀ ਤੇ ਕੀ ਮੈਂ ਪਤਾ ਇੱਥੇ ਹੋਣਾ ਕਿ ਨਹੀਂ ਹੋਣਾ। ਹਾਂ, ਉਹ ਤੁਹਾਨੂੰ ਫਿਰ ਇਹ ਹੈ ਕਿ ਜੇ ਹੋਇਆ ਉਸ ਤੋਂ ਬਾਅਦ ਫਿਰ ਬਹੁਤ ਲੰਬੇ ਟਾਈਮ ਤੇ ਹੈ ਫਿਰ। ਅੱਛਾ ਜੀ। ਹਾਂ, ਪਰ ਇਹ ਟਾਈਮ ਦੇ ਵਿੱਚ ਜੋ ਤੁਹਾਡੀ ਸਰਕਾਰੀ ਚੀਜ਼ਾਂ ਹੈ ਜਾਂ ਜਿਹੜੀ ਤੁਹਾਡੀਆਂ ਆਫੀਸ਼ੀਅਲ ਚੀਜ਼ਾਂ ਜਾਂ ਜਿਹੜੀ ਡਾਕੂਮੈਂਟੇਸ਼ਨ ਹੈ, ਹਾਂਜੀ ਜਿਹੜੀ ਲੀਗਲ ਹੈ, ਤੁਹਾਨੂੰ ਉਹ 'ਤੇ ਪੂਰੀ ਐਫਰਟ ਪਾਣੀ ਚਾਹੀਦੀ ਹੈ। ਅੱਛਾ ਜੀ। ਉਹ ਪਾ ਲਓ ਤਾਂ ਠੀਕ ਹੈ, ਫਿਰ ਨੋ ਪ੍ਰੋਬਲਮ। ਓਕੇ ਸਰ, ਥੈਂਕ ਯੂ। ਓਕੇ ਜੀ, ਥੈਂਕ ਯੂ। ਥੈਂਕ ਯੂ। ਥੈਂਕ ਯੂ। ਬਾਏ।